ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਅਬਾਊਟ ਲੇਜ਼ਰ ਬੀਮ ਮਸ਼ੀਨਿੰਗ ਕਿ ਲੇਜ਼ਰ ਬੀਮ ਮਸ਼ੀਨਿੰਗ ਕੀ ਹੁੰਦੀ ਆ। ਸੋ ਇਹ ਇੱਕ ਮਸ਼ੀਨਿੰਗ ਦਾ ਪ੍ਰੋਸੈਸ ਹੈ ਜਿਸ ਦੇ ਵਿੱਚ ਅਸੀਂ ਮੋਨੋ ਫ੍ਰੀਕੁਐਂਸੀ ਕੋਲੀਮੇਟਡ ਲਾਈਟ ਬੀਮ ਨੂੰ ਇੱਕ ਪਰਟੀਕੂਲਰ ਪਲੇਸ ਤੇ ਮਟੀਰੀਅਲ ਤੇ ਫੋਕਸ ਕਰਵਾਉਣਾ ਔਰ ਜਦੋਂ ਉਹ ਬੀਮ ਉਸ ਪਰਟੀਕੂਲਰ ਜਗ੍ਹਾ ਤੇ ਫੋਕਸ ਹੋ ਗਿਆ ਤਾਂ ਉਸ ਜਗ੍ਹਾ ਤੇ ਬਹੁਤ ਹੀ ਹਾਈ ਅਮਾਊਂਟ ਦੀ ਹੀਟ ਜਨਰੇਟ ਹੋਊਗੀ ਜੋ ਕਿ ਉਸ ਮਟੀਰੀਅਲ ਨੂੰ ਉੱਥੋਂ ਮੈਲਟ ਕਰ ਦੇਗੀ, ਜਿਸ ਦੇ ਕਰਕੇ ਉਹ ਮਟੀਰੀਅਲ ਕੁਝ ਵੇਪਰ ਬਣ ਕੇ ਉੱਡ ਜਾਏਗਾ ਔਰ ਇਸ ਤਰੀਕੇ ਦੇ ਨਾਲ ਸਾਨੂੰ ਇਹ ਮਸ਼ੀਨਿੰਗ ਦਾ ਪ੍ਰੋਸੈਸ ਅਚੀਵ ਹੋ ਜਾਏਗਾ। ਹੁਣ ਇੱਥੇ ਅਸੀਂ ਵਰਡ ਯੂਜ਼ ਕੀਤਾ ਮੋਨੋ ਫ੍ਰੀਕੁਐਂਸੀ ਕੋਲੀਮੇਟਡ ਲਾਈਟ। ਹੁਣ ਮੋਨੋ ਫ੍ਰੀਕੁਐਂਸੀ ਦਾ ਮਤਲਬ ਕੀ ਹੈ ਕਿ ਜਦੋਂ ਆਪਣੇ ਕੋਲ ਲਾਈਟ ਜੋ ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੀ ਫਾਰਮ ਦੇ ਵਿੱਚ ਹੈ ਉਸ ਨੂੰ ਅਸੀਂ ਇੱਕ ਜਗ੍ਹਾ 'ਤੇ ਫੋਕਸ ਕਰਵਾਉਣਾ, ਉਸ ਟਾਈਮ ਉਸ ਦੀ ਜੋ ਫ੍ਰੀਕੁਐਂਸੀ ਹੋਊਗੀ ਉਹ ਸੇਮ ਹੋਣੀ ਚਾਹੀਦੀ ਹੈ ਸਾਰੇ ਦੇ ਸਾਰੇ ਪਾਰਟੀਕਲਸ ਦੀ। ਸੋ ਨੈਕਸਟ ਉਹ ਗੱਲ ਕਰਦਾ ਜੀ ਐਜ਼ ਦਾ ਲੇਜ਼ਰ ਇਜ਼ ਦਾ ਵਰਡ ਯੂਜ਼ਡ ਫॉर ਲਾਈਟ ਐਂਪਲੀਫਿਕੇਸ਼ਨ ਬਾਏ ਸਟੀਮੂਲੇਟਿਡ ਐਮਿਸ਼ਨ ਆਫ ਰੇਡੀਏਸ਼ਨ। ਹੁਣ ਇੱਥੇ ਡੈਫੀਨੇਸ਼ਨ ਦੀ ਗੱਲ ਕਰ ਰਿਹਾ, ਕਹਿੰਦਾ ਜੀ ਜਿਹੜੀ ਲੇਜ਼ਰ ਦੀ ਅਸੀਂ ਡੈਫੀਨੇਸ਼ਨ ਦੀ ਗੱਲ ਕਰ ਰਹੀਏ ਇਹ ਬਣਦੀ ਹੈ ਸਾਡੇ ਕੋਲ ਲਾਈਟ ਐਂਪਲੀਫਿਕੇਸ਼ਨ ਕਿ ਇਸ ਪ੍ਰੋਸੈਸ ਦੇ ਵਿੱਚ ਜੋ ਅਸੀਂ ਲਾਈਟ ਪ੍ਰੋਵਾਈਡ ਕਰਨੀ ਹੈ, ਫੋਕਸ ਪ੍ਰੋਵਾਈਡ ਕਰਨਾ ਹੈ, ਉਹ ਸਾਡੇ ਕੋਲ ਐਂਪਲੀਫਾਈਡ ਫਾਰਮ ਦੇ ਵਿੱਚ ਹੋਣਾ ਚਾਹੀਦਾ ਹੈ, ਮਲਟੀਪਲਾਈਡ ਫਾਰਮ ਦੇ ਵਿੱਚ ਹੋਣਾ ਚਾਹੀਦਾ ਹੈ ਜੋ ਕਿ ਅਸੀਂ ਅਚੀਵ ਕਰਾਂਗੇ ਬਾਏ ਸਟੀਮੂਲੇਟਿਡ ਐਮਿਸ਼ਨ ਆਫ ਰੇਡੀਏਸ਼ਨ ਕਿ ਜੋ ਰੇਡੀਏਸ਼ਨ ਹੈ, ਲਾਈਟ ਹੈ, ਉਸ ਨੂੰ ਅਸੀਂ ਸਟੀਮੂਲੇਟਿਡ ਫਾਰਮ ਦੇ ਵਿੱਚ ਅੱਗੇ ਯੂਜ਼ ਕਰਨਾ। ਹੁਣ ਸਟੀਮੂਲੇਟਿਡ ਐਮਿਸ਼ਨ ਤੋਂ ਅਸੀਂ ਜੇ ਸਮਝੀਏ ਤਾਂ ਜਦੋਂ ਕਿਸੇ ਐਲੀਮੈਂਟ ਨੂੰ ਅਸੀਂ ਐਨਰਜਾਈਜ਼ ਕਰਦੇ ਹਾਂ ਤਾਂ ਉਸ ਟਾਈਮ ਉਹਦੇ ਜਿਹੜੇ ਕੁਝ ਆਇਨਸ ਨੇ ਉਹ ਮੂਵ ਕਰਨਾ ਸਟਾਰਟ ਕਰ ਦਿੰਦੇ ਨੇ ਫਰੋਮ ਲੋਅਰ ਐਨਰਜੀ ਲੈਵਲ ਟੂ ਹਾਇਰ ਐਨਰਜੀ ਲੈਵਲ। ਤਾਂ ਇਸ ਦੌਰਾਨ ਜਦੋਂ ਉਹਨਾਂ ਦਾ ਮੂਵਮੈਂਟ ਚੱਲਦਾ ਰਹਿੰਦਾ ਫਰੋਮ ਲੋਅਰ ਟੂ ਹਾਇਰ ਤਾਂ ਉਹ ਟਾਈਮ ਪੀਰੀਅਡ ਬੜਾ ਸ਼ਾਰਟ ਹੁੰਦਾ, ਜਿਸ ਦੇ ਕਰਕੇ ਉਹ ਕੁਝ ਹਾਇਰ ਐਨਰਜੀ ਤੋਂ ਲੋਅਰ ਐਨਰਜੀ ਵੱਲ ਨੂੰ ਜਲਦੀ ਹੀ ਮੂਵ ਕਰਨਾ ਸਟਾਰਟ ਕਰ ਦਿੰਦੇ ਨੇ। ਜਿਸ ਟਾਈਮ ਉਹ ਹਾਇਰ ਟੂ ਲੋਅਰ ਐਨਰਜੀ ਲੈਵਲ ਵੱਲ ਨੂੰ ਆਉਂਦੇ ਨੇ ਤਾਂ ਉਸ ਦੇ ਇਨ ਬਿਟਵੀਨ ਜੋ ਆਇਨਸ ਨੀਚੇ ਤੋਂ ਉੱਪਰ ਵੱਲ ਨੂੰ ਲੋਅਰ ਐਨਰਜੀ ਲੈਵਲ ਟੂ ਹਾਇਰ ਐਨਰਜੀ ਲੈਵਲ ਜਾਂਦੇ ਨੇ ਤਾਂ ਇਨ ਬਿਟਵੀਨ ਉਹਨਾਂ ਦਾ ਕਿਤੇ ਟਕਰਾਵ ਹੋ ਜਾਂਦਾ, ਜਿਸ ਦੇ ਕਰਕੇ ਕੀ ਹੁੰਦਾ ਕਿ ਜਿਹੜੇ ਫੋਟੋਨਸ ਹੁੰਦੇ ਨੇ ਉਹ ਫੋਟੋਨਸ 1 ਤੋਂ 2 ਵਿੱਚ ਮਲਟੀਪਲਾਈਡ ਫਾਰਮ ਦੇ ਵਿੱਚ ਆ ਜਾਂਦੇ ਨੇ, 2 ਤੋਂ 4, 4 ਤੋਂ 8। ਤਾਂ ਇਸ ਤਰੀਕੇ ਦੇ ਨਾਲ ਫੋਟੋਨਸ ਦੀ ਜਿਹੜੀ ਵੈਲਿਊ ਹੈ ਉਹ ਵੱਧਦੀ ਜਾਂਦੀ ਆ ਔਰ ਉਹਨਾਂ ਹੀ ਫੋਟੋਨਸ ਦਾ ਅਸੀਂ ਯੂਜ਼ ਕਰਵਾ ਕੇ ਇਹ ਸਾਰੇ ਦਾ ਸਾਰਾ ਪ੍ਰੋਸੈਸ ਅਚੀਵ ਕਰਨਾ। ਸੋ ਇਹ ਸੀ ਇਹਦਾ ਕੁਝ ਇੰਟਰੋਡਕਟਰੀ ਪਾਰਟ। ਨੈਕਸਟ ਅਸੀਂ ਗੱਲ ਕਰਾਂਗੇ ਇਹਦੇ ਕੰਸਟਰਕਸ਼ਨ ਅਤੇ ਇਹਦੇ ਵਰਕਿੰਗ ਦੇ ਬਾਰੇ। ਨੈਕਸਟ ਅਸੀਂ ਦੇਖ ਪਾ ਰਹੇ ਹਾਂ ਜੀ ਨਾਲ ਹੀ ਉਹਦੇ ਵਿੱਚ ਕੁਝ ਦੇ ਰਿਹਾ ਕਿ ਜੋ ਇਹਦਾ ਮਸ਼ੀਨਿੰਗ ਪ੍ਰੋਸੈਸ ਹੈ ਉਹ ਕਿਸ ਤਰੀਕੇ ਨਾਲ ਹੋਏਗਾ। The enclosure having high reflective surface inside consists of a laser tube, a pair of mirrors, total reflecting mirror, partially reflecting mirror, one at each end of the tube, flash tubes, an amplifying source, power supply source, a cooling system and a focusing lens। ਸੋ ਇਹ ਕੁਛ ਆਪਣੇ ਕੋਲ ਕੁਛ ਇਕਵਿਪਮੈਂਟਸ ਨੇ ਜਾਂ ਕੁਛ ਕੰਪੋਨੈਂਟਸ ਨੇ ਜਿਹੜੇ ਕਿ ਇਹ ਪੂਰੀ ਦੇ ਪੂਰੇ ਸੈਟਅਪ ਦੇ ਵਿੱਚ ਲੱਗੇ ਹੋਣਗੇ। ਸੋ ਨੈਕਸਟ ਤੁਸੀਂ ਨਾਲ ਹੀ ਦੇਖ ਪਾ ਰਹੇ ਹੋ ਪੂਰੇ ਦਾ ਪੂਰਾ ਸੈਟਅਪ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ। ਆਓ ਇਹਨੂੰ ਹੁਣ ਸਮਝਦੇ ਹਾਂ ਕਿ ਇਹ ਪੂਰੇ ਸੈਟਅਪ ਦੇ ਵਿੱਚ ਇਹਦੀ ਜੋ ਕੰਸਟਰਕਸ਼ਨ ਦੇ ਜੋ ਪਾਰਟਸ ਸੀਗੇ, ਕੰਪੋਨੈਂਟ ਸੀ, ਉਹਦੀ ਆਪਾਂ ਗੱਲ ਕਰ ਲਈ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਅਰੇਂਜ ਕਰਨਾ ਔਰ ਉਹਨਾਂ ਦੀ ਵਰਕਿੰਗ ਅਸੀਂ ਕਿਸ ਤਰੀਕੇ ਨਾਲ ਲੈਣੀ ਆ, ਹੁਣ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਇੱਥੇ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਜੀ ਤੁਹਾਡੇ ਕੋਲ ਇੱਕ ਐਨਕਲੋਜ਼ਡ ਇੱਕ ਚੈਂਬਰ ਹੈ ਜਿਹਨੂੰ ਇੱਥੇ ਇਹਨੇ ਐਨਕਲੋਜ਼ਰ ਲਿਖਿਆ ਹੋਇਆ, ਬਲੈਕਿਸ਼ ਕਲਰ ਦਾ ਉੱਪਰ ਹੈ, ਨੀਚੇ ਵੱਲ ਨੂੰ ਆ ਰਿਹਾ, ਇਹ ਸਾਰੀ ਆਊਟਰ ਬਾਉਂਡਰੀ ਹੈ। ਸੋ ਇਸ ਦੇ ਵਿੱਚ ਸਾਡੇ ਕੋਲ ਸੈਂਟਰ ਦੇ ਵਿੱਚ ਇੱਕ ਰੂਬੀ ਲੇਜ਼ਰ ਟਿਊਬ ਪਈ ਹੈ ਜੋ ਉਸ ਟਿਊਬ ਦੇ ਵਿੱਚ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ। ਇਸ ਰੂਬੀ ਲੇਜ਼ਰ ਟਿਊਬ ਦੇ ਅੰਦਰ ਅਸੀਂ ਕੁਛ ਪਾਰਟੀਕਲਸ ਲੈਣੇ ਨੇ, ਐਲੀਮੈਂਟਸ ਲੈਣੇ ਨੇ ਜਿਹੜੇ ਕਿ ਰੂਬੀ ਦੇ ਫਾਰਮ ਦੇ ਵਿੱਚ ਹੋਣਗੇ, ਕ੍ਰਿਸਟੈਲਿਕ ਫਾਰਮ ਦੇ ਵਿੱਚ ਹੋਣਗੇ ਔਰ ਇਹ ਮੀਡੀਅਮ ਸਾਡੇ ਕੋਲ 3 ਤਰ੍ਹਾਂ ਦਾ ਹੋ ਸਕਦਾ। ਸੋਲਿਡ ਕ੍ਰਿਸਟਲ ਦੀ ਫਾਰਮ ਦੇ ਵਿੱਚ ਹੋ ਸਕਦਾ, ਗੈਸੀਅਸ ਫਾਰਮ ਦੇ ਵਿੱਚ ਹੋ ਸਕਦਾ, ਸੈਮੀ ਕੰਡਕਟਰਸ ਦੀ ਫਾਰਮ ਦੇ ਵਿੱਚ ਹੋ ਸਕਦਾ। ਬਟ ਇੱਥੇ ਅਸੀਂ ਯੂਜ਼ ਕੀਤੀ ਹੈ ਜੀ ਰੂਬੀ ਲੇਜ਼ਰ ਔਰ ਰੂਬੀ ਲੇਜ਼ਰ ਦੇ ਵਿੱਚ ਸਾਡੇ ਕੋਲ ਕ੍ਰਿਸਟੈਲਿਕ ਫਾਰਮ ਦੇ ਵਿੱਚ ਸਾਡਾ ਸੋਲਿਡ ਮਟੀਰੀਅਲ ਯੂਜ਼ ਹੋਏਗਾ ਜਿਹੜਾ ਕਿ ਕੰਬੀਨੇਸ਼ਨ ਹੋਏਗਾ ਐਲਮੀਨੀਅਮ ਆਕਸਾਈਡ ਐਂਡ ਕ੍ਰੋਮੀਅਮ ਆਕਸਾਈਡ ਦਾ ਔਰ ਜਿਹਦੇ ਵਿੱਚ ਸਾਡੇ ਕੋਲ ਮੈਕਸਿਮਮ ਜੋ ਅਮਾਊਂਟ ਹੈ ਉਹ ਐਲਮੀਨੀਅਮ ਆਕਸਾਈਡ ਦੀ ਹੋਏਗੀ ਐਂਡ ਕ੍ਰੋਮੀਅਮ ਆਕਸਾਈਡ ਸਿਰਫ ਸਾਡੇ ਕੋਲ 0.05% ਹੀ ਹੋਏਗਾ। ਇਸ ਦੌਰਾਨ ਜਦੋਂ ਆਪਾਂ ਨੈਕਸਟ ਤੁਸੀਂ ਦੇਖ ਪਾ ਰਹੇ ਹੋ ਇੱਥੇ
ਕੁਛ ਫਲੈਸ਼ ਟਿਊਬ ਇੱਥੇ ਰਿਪਰੈਜ਼ੈਂਟ ਕੀਤੀ ਹੋਈ ਹੈ, ਜੋ ਇੱਥੇ ਲੈਣੀ ਅਸੀਂ ਜ਼ੀਨੋਨ ਦੀ ਫਲੈਸ਼ ਟਿਊਬ ਹੈ। ਜ਼ੀਨੋਨ ਦੀ ਫਲੈਸ਼ ਟਿਊਬ ਦੇ ਵਿੱਚ ਅਸੀਂ ਜ਼ੀਨੋਨ ਗੈਸ ਯੂਜ਼ ਕਰਾਂਗੇ। ਇਸ ਗੈਸ ਨੂੰ ਵਿੱਚ ਯੂਜ਼ ਕਰਾ ਕੇ ਅਸੀਂ ਜਦੋਂ ਇਲੈਕਟ੍ਰਿਕ ਸੋਰਸ ਦੇ ਨਾਲ ਜੋੜਾਂਗੇ, ਇੱਥੇ ਤੁਸੀਂ ਦੇਖ ਪਾ ਰਹੇ ਹੋ ਇਲੈਕਟ੍ਰਿਕ ਸੋਰਸ ਅਸੀਂ ਪਾਵਰ ਸੋਰਸ ਯੂਜ਼ ਕੀਤਾ, ਨਾਲ ਹੀ ਇਹਨੂੰ ਯੂਜ਼ ਕੀਤਾ ਹੈ ਅਸੀਂ ਕੂਲੈਂਟ ਸਿਸਟਮ, ਕੂਲਿੰਗ ਸਿਸਟਮ। ਕੂਲਿੰਗ ਸਿਸਟਮ ਕਦੋਂ ਕਾਹਦੇ ਵਾਸਤੇ ਯੂਜ਼ ਕੀਤਾ ਹੈ, ਕਦੋਂ ਇਹਦਾ ਕੰਮ ਆਉਣਾ ਹੈ ਕਿ ਜਦੋਂ ਸਾਡੇ ਕੋਲ ਹਾਇਰ ਟੈਂਪਰੇਚਰ ਇੱਥੇ ਸੈਟਅਪ ਹੋ ਜਾਊਗਾ ਤਾਂ ਉਸ ਟਾਈਮ ਇਹਦਾ ਆਊਟਰ ਜੋ ਬਾਉਂਡਰੀ ਹੈ ਉਸ ਨੂੰ ਅਸੀਂ ਕੂਲ ਕਰਕੇ ਵੀ ਰੱਖਣਾ ਹੈ। ਨੈਕਸਟ ਇਹਦੇ ਵਿੱਚ ਅਸੀਂ 2 ਮਿਰਰਸ ਲਗਾਏ ਨੇ, ਰਿਫਲੈਕਟਿੰਗ ਮਿਰਰਸ ਨੇ। ਇਹਦੇ ਵਿੱਚੋਂ ਇੱਕ ਸਾਡੇ ਕੋਲ ਪਾਰਸ਼ਲੀ ਰਿਫਲੈਕਟਿੰਗ ਹੋਏਗਾ, ਇੱਕ ਸਾਡਾ ਟੋਟਲੀ ਰਿਫਲੈਕਟਿੰਗ ਮਿਰਰ ਹੋਏਗਾ ਜੋ ਕਿ ਸਿਲਵਰ ਮਟੀਰੀਅਲ ਦਾ ਹੋਏਗਾ। ਹੁਣ ਇਸ ਸਾਈਡ ਦੇ ਉੱਤੇ ਅਸੀਂ ਟੋਟਲ ਰਿਫਲੈਕਟਿੰਗ ਮਿਰਰ ਰਿਪਰੈਜ਼ੈਂਟ ਕੀਤਾ ਔਰ ਇੱਧਰਲੀ ਸਾਈਡ ਅਸੀਂ ਪਾਰਸ਼ਲ ਰਿਫਲੈਕਟਿੰਗ ਮਿਰਰ ਸੈਟਅਪ ਕੀਤਾ ਔਰ ਇਸ ਦੇ ਬਾਅਦ 'ਚ ਅਸੀਂ ਇੱਕ ਇੱਥੇ ਕਨਵਰਜੈਂਟ ਲੈਂਸ ਅਪਲਾਈ ਕੀਤਾ ਜੋ ਕਿ ਉਸ ਪਰਟੀਕੂਲਰ ਬੀਮ ਜੋ ਇੱਥੋਂ ਪ੍ਰੋਡਿਊਸ ਹੋਏਗਾ ਉਸ ਨੂੰ ਫੋਕਸ ਕਰਕੇ ਇਸ ਵਰਕ ਪੀਸ ਦੇ ਉੱਤੇ ਸੈੱਟ ਕਰੇਗਾ। ਸੋ ਇਹ ਸਾਡਾ ਇੱਕ ਵਰਕ ਪੀਸ ਹੈ। ਨੈਕਸਟ ਆਓ ਇਹਦੀ ਵਰਕਿੰਗ ਦੀ ਗੱਲ ਕਰਦੇ ਹਾਂ ਕਿ ਇਹਦੀ ਵਰਕਿੰਗ ਕਿਸ ਤਰੀਕੇ ਦੇ ਨਾਲ ਹੋਏਗੀ। ਜਦੋਂ ਇਸ ਪਾਵਰ ਸੋਰਸ ਤੋਂ ਅਸੀਂ ਪਾਵਰ ਔਨ ਕੀਤੀ ਤਾਂ ਇਸ ਜਗ੍ਹਾ 'ਤੇ ਜੋ ਸਾਡੀ ਜ਼ੀਨੋਨ ਦੀ ਫਲੈਸ਼ ਟਿਊਬ ਹੈ, ਇਸ ਦੇ ਅੰਦਰ ਜੋ ਜ਼ੀਨੋਨ ਗੈਸ ਹੈ ਇਹ ਬਹੁਤ ਹੀ ਹਾਈ ਅਮਾਊਂਟ ਦੇ ਉੱਤੇ ਤਕਰੀਬਨ 5500 ਆਂਗਸਟ੍ਰੋਮ ਦੀ ਲਾਈਟ ਐਮਿਟ ਕਰੇਗੀ। ਉਸ ਲਾਈਟ ਨੇ ਇਸ ਕਲੋਜ਼ਡ ਚੈਂਬਰ ਦੇ ਵਿੱਚ ਮੂਵ ਕਰਨਾ ਸਟਾਰਟ ਕਰ ਦੇਣਾ ਔਰ ਇਸ ਚੈਂਬਰ ਦੇ ਅੰਦਰ ਜੋ ਸਾਡੇ ਕੋਲ ਰੂਬੀ ਲੇਜ਼ਰ ਪਈ ਹੈ, ਇਸ ਰੂਬੀ ਲੇਜ਼ਰ ਵੱਲੋਂ ਉਹਨੇ ਲਾਈਟ ਨੇ ਮੂਵ ਕਰਨਾ ਸਟਾਰਟ ਕਰ ਦੇਣਾ ਔਰ ਇਹ ਲਾਈਟ ਕਰਕੇ ਹੀ ਜੋ ਇਹਦੇ ਅੰਦਰ ਸਾਡੇ ਕੋਲ ਐਲੂਮੀਨੀਅਮ ਆਕਸਾਈਡ ਐਂਡ ਕ੍ਰੋਮੀਅਮ ਆਕਸਾਈਡ ਦੇ ਜਿਹੜੇ ਕੁਛ ਆਇਨਸ ਪ੍ਰੋਡਿਊਸ ਹੋਣਾ ਸਟਾਰਟ ਕਰ ਦੇਣਗੇ। ਇਹਦੇ ਵਿੱਚ ਜੋ ਮੈਕਸਿਮਮ ਪਾਰਟ ਪਲੇ ਕਰਨਾ ਹੈ ਉਹ ਸਾਡੇ ਕੋਲ ਕ੍ਰੋਮੀਅਮ ਆਕਸਾਈਡ ਦੇ ਪਾਰਟੀਕਲਸ ਨੇ ਕਰਨਾ। ਸੋ ਉਹ ਆਇਨਸ ਨੇ ਇੱਕ ਲੋਅਰ એનર્ਜੀ ਲੈਵਲ ਤੋਂ ਹਾਇਰ એનર્ਜੀ ਲੈਵਲ ਵੱਲ ਨੂੰ ਮੂਵ ਕਰਨ ਲੱਗ ਜਾਣਾ ਔਰ ਹੌਲੀ ਹੌਲੀ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹਾਇਰ એનર્ਜੀ ਤੋਂ ਲੋਅਰ એનર્ਜੀ ਵੱਲ ਨੂੰ ਜਦੋਂ ਮੂਵ ਕਰਨਗੇ ਤਾਂ ਉੱਥੇ ਫੋਟੋਨਸ ਜਨਰੇਟ ਹੋਣਗੇ। ਤਾਂ ਜਦੋਂ ਦੋਨੋਂ ਆਪਸ ਦੇ ਵਿੱਚ ਇਨ ਬਿਟਵੀਨ ਇਹ ਵਾਰੀ ਰਿਫਲੈਕਟ ਕਰਦੇ ਰਹਿਣਗੇ। ਰਿਫਲੈਕਟ ਪਹਿਲਾਂ ਕਿਉਂ ਕਰਨਗੇ? ਕਿਉਂਕਿ ਇੱਥੇ ਸਾਡੇ ਕੋਲ ਇਹਨਾਂ ਨੇ ਹਾਈ ਫ੍ਰੀਕੁਐਂਸੀ ਦੇ ਉੱਤੇ ਮੂਵ ਕਰਨਾ ਸਟਾਰਟ ਕਰ ਦੇਣਾ। ਇਹਨਾਂ ਨੇ ਬਾਹਰ ਵੱਲ ਨੂੰ ਭੱਜਣ ਦੀ ਕੋਸ਼ਿਸ਼ ਕਰਨਾ ਪਰ ਬਾਹਰ ਨਿਕਲਣ ਨੂੰ ਹਜੇ ਕੋਈ ਜਗ੍ਹਾ ਨਹੀਂ ਮਿਲਦੀ ਪਈ। ਤਾਂ ਉਸ ਟਾਈਮ ਸਾਡੇ ਕੋਲ ਇੱਧਰਲੇ ਪਾਸੇ ਟੋਟਲ ਰਿਫਲੈਕਟਿੰਗ ਮਿਰਰ ਹੈ, ਉਹਨੂੰ ਕੰਪਲੀਟ ਜਿਹੜੇ ਆਇਨਸ ਐਂਡ ਫੋਟੋਨਸ ਹੋਣਗੇ ਉਹਨਾਂ ਨੂੰ ਰਿਫਲੈਕਟ ਕਰੂਗੀ। ਇੱਧਰ ਸਾਡੇ ਕੋਲ ਪਾਰਸ਼ਲੀ ਰਿਫਲੈਕਟਿੰਗ ਮਿਰਰਸ ਨੇ। ਇਹ ਪਾਰਸ਼ਲੀ ਰਿਫਲੈਕਟਿੰਗ ਮਿਰਰਸ ਦੇ ਵਿੱਚੋਂ ਕੀ ਹੋਏਗਾ ਕਿ ਜਿਹੜੇ ਫੋਟੋਨਸ ਹੋਣਗੇ ਸਿਰਫ ਉਹੀ ਫਰਦਰ ਅੱਗੇ ਰੈਡਿਸ਼ ਕਲਰ ਦੀ ਲਾਈਟ ਦੇ ਨਾਲ ਅੱਗੇ ਪਾਸ ਹੋਣਾ ਸਟਾਰਟ ਕਰਨਗੇ ਔਰ ਜਿਵੇਂ ਹੀ ਇੱਥੋਂ ਬਾਹਰ ਨਿਕਲਣਗੇ ਇਹ ਜਿਹੜਾ ਸਾਡਾ ਅੱਗੇ ਲੈਂਸ ਲੱਗਿਆ ਹੋਇਆ ਇਹਨੂੰ ਸਾਰਿਆਂ ਨੂੰ ਕਨਵਰਜ ਕਰਕੇ ਇੱਕ ਪਰਟੀਕੂਲਰ ਪਲੇਸ 'ਤੇ ਸੈੱਟ ਕਰ ਦੇਗਾ, ਉਸ ਨੂੰ ਫੋਕਸ ਕਰ ਦੇਵੇਗਾ ਔਰ ਇਸ ਫੋਕਸਡ ਫਾਰਮ ਦੇ ਵਿੱਚ ਜਿੱਥੇ ਵੀ ਸਾਡੇ ਕੋਲ ਹਾਈ ਫ੍ਰੀਕੁਐਂਸੀ ਦੇ ਜਿਹੜੇ ਇਹ ਬੀਮ ਲਾਈ ਕਰੂਗਾ ਤਾਂ ਉਸ ਜਗ੍ਹਾ 'ਤੇ ਜੋ ਸਾਡੀ ਮਸ਼ੀਨਿੰਗ ਦਾ ਪ੍ਰੋਸੈਸ ਹੈ, ਕਟਿੰਗ ਦਾ ਪ੍ਰੋਸੈਸ ਹੈ, ਉਹ ਸਾਨੂੰ ਅਚੀਵ ਹੋ ਜਾਏਗਾ। ਸੋ ਇਸੇ ਤਰ੍ਹਾਂ ਹੀ ਇਹਦੀ ਜੋ ਵਰਕਿੰਗ ਹੈ ਉਹ ਸਾਡੇ ਕੋਲ ਚੱਲਦੀ ਰਹਿੰਦੀ ਹੈ। ਨੈਕਸਟ ਨਾਲ ਹੀ ਉਹ ਇੱਕ ਨੋਟ ਬਣਾ ਕੇ ਨੀਚੇ ਦੇ ਰਿਹਾ ਹੈ ਕਿ ਕਹਿੰਦਾ ਕਿ ਜਿਹੜੀ ਇਹਦੀ ਐਕੂਰੇਸੀ ਹੈ ਉਹ ਕਾਫੀ ਜ਼ਿਆਦਾ ਹਾਈ ਹੈ, ±0.1 mm ਤੱਕ ਦੀ ਇੱਥੇ ਆਪਾਂ ਐਕੂਰੇਸੀ ਜਿਹੜੀ ਹੈ ਇਹਦੇ ਇਸ ਪ੍ਰੋਸੈਸ ਦੇ ਨਾਲ ਅਸੀਂ ਅਚੀਵ ਕਰ ਸਕਦੇ ਹਾਂ। ਸੋ ਨੈਕਸਟ ਅਸੀਂ ਗੱਲ ਕਰਾਂਗੇ ਜੀ ਇਹਦੇ ਐਪਲੀਕੇਸ਼ਨਸ ਅਤੇ ਇਹਦੇ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਦੇ ਬਾਰੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਇਹਦੇ ਐਪਲੀਕੇਸ਼ਨਸ ਦੇ ਬਾਰੇ। ਤਾਂ ਸੋ ਸਭ ਤੋਂ ਪਹਿਲਾ ਪੁਆਇੰਟ ਉਹ ਡਿਸਕਸ ਕਰ ਰਿਹਾ ਇੱਥੇ, ਕਹਿੰਦਾ ਜੀ ਟੂ ਟ੍ਰਿਮ ਕਾਰਬਨ ਰਜਿਸਟਰਸ, ਸ਼ੀਟ ਮੈਟਲਸ ਐਂਡ ਪਲਾਸਟਿਕ ਪਾਰਟਸ, ਕਿ ਜਿਹੜੇ ਸਾਡੇ ਕੋਲ ਕਾਰਬਨ ਰਜਿਸਟਰਸ ਨੇ, ਸ਼ੀਟ ਮੈਟਲਸ ਨੇ ਜਾਂ ਪਲਾਸਟਿਕ ਦੇ ਕੁਝ ਪਾਰਟਸ ਨੇ ਉਹਨਾਂ ਨੂੰ ਅਸੀਂ ਟ੍ਰਿਮ ਕਰਨ ਦੇ ਲਈ ਇਸ ਪ੍ਰੋਸੈਸ ਨੂੰ ਯੂਜ਼ ਕਰ ਸਕਦੇ ਹਾਂ, ਜਾਂ ਜਿਹੜੇ ਕੁਝ ਸਮਾਲ ਹੋਲਸ ਨੇ ਹਾਰਡ ਮਟੀਰੀਅਲਸ ਦੇ ਵਿੱਚ ਉਹਨਾਂ ਦੇ ਵਾਸਤੇ ਅਸੀਂ ਯੂਜ਼ ਕਰ ਸਕਦੇ ਹਾਂ। ਹਾਰਡ ਮਟੀਰੀਅਲ ਕਿਹੜੇ ਹੋ ਸਕਦੇ ਜੀ? ਸਾਡੇ ਕੋਲ ਟੰਗਸਟਨ ਹੈ ਜਾਂ ਸੈਰਾਮਿਕਸ ਨੇ। ਟੂ ਕੱਟ ਕੰਪਲੈਕਸ ਪ੍ਰੋਫਾਈਲ ਔਨ ਦਾ ਹਾਰਡ ਮਟੀਰੀਅਲ, ਕਿ ਹਾਰਡ ਮਟੀਰੀਅਲ ਦੇ ਉੱਤੇ ਜਦੋਂ ਅਸੀਂ ਕੋਈ ਵੀ ਕੰਪਲੈਕਸ ਪ੍ਰੋਫਾਈਲ ਜਨਰੇਟ ਕਰਨੀ ਹੈ ਤਾਂ ਇਸ ਪ੍ਰੋਸੈਸ ਦਾ ਅਸੀਂ ਯੂਜ਼ ਕਰ ਸਕਦੇ ਹਾਂ। ਟੂ ਕੱਟ ਔਰ ਐਨਗ੍ਰੇਵ ਪੈਟਰਨ ਔਨ ਥਿਨ ਫਿਲਮ ਫॉर ਮੇਕਿੰਗ ਇੰਟੀਗ੍ਰੇਟਿਡ ਸਰਕਿਟਸ, ਕਿ ਜਦੋਂ ਇੰਟੀਗ੍ਰੇਟਿਡ ਅਸੀਂ ਕੁਛ ਸਰਕਿਟਸ ਬਣਾਉਣੇ ਹੋਣ ਤਾਂ ਉਸ ਜਗ੍ਹਾ 'ਤੇ ਜਦੋਂ ਕੁਛ ਅਸੀਂ ਐਨਗ੍ਰੇਵਿੰਗ ਬਣਾਉਣੀ ਹੋਵੇ, ਐਨਗ੍ਰੇਵਿੰਗ ਪੈਟਰਨਸ ਬਣਾਉਣੇ ਹੋਣ ਤਾਂ ਉਸ ਟਾਈਮ ਇਸ ਦਾ ਯੂਜ਼ ਕਰ ਸਕਦੇ ਹਾਂ। ਟੂ ਬੈਲੈਂਸ ਥਰਮੋਡਾਇਨਮਿਕਲੀ of precision rotating components such as of the watches, ਜਿਵੇਂ ਕਿ ਅਸੀਂ ਵਾਚਿਸ ਦੇ ਵਿੱਚ ਦੇਖਦੇ ਹਾਂ ਕਿ ਕਾਫੀ ਪ੍ਰਸਾਈਜ਼ਡ ਸਾਡੇ ਕੋਲ ਕੰਪੋਨੈਂਟਸ ਯੂਜ਼ ਹੁੰਦੇ ਨੇ, ਉਹਨਾਂ ਦੀ ਪ੍ਰੋਫਾਈਲ ਮੇਕਿੰਗ ਦੇ ਲਈ ਅਸੀਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ।
ਨੈਕਸਟ ਹੈ ਜੀ ਸਾਡੇ ਕੋਲ ਕੁਝ ਐਡਵਾਂਟੇਜਸ, ਕਿ ਇਹਦੇ ਕੁਝ ਐਡਵਾਂਟੇਜਸ ਕੀ ਨੇ। ਐਡਵਾਂਟੇਜਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਗੱਲ ਕਰ ਰਿਹਾ ਈਜ਼ੀ ਟੂ ਮਸ਼ੀਨ ਐਨੀ ਮਟੀਰੀਅਲ ਇਰਰਿਸਪੈਕਟਿਵ ਆਫ ਸਟਰਕਚਰ ਐਂਡ ਮਕੈਨੀਕਲ ਪ੍ਰੋਪਰਟੀਜ਼। ਕਿਸੇ ਵੀ ਮਟੀਰੀਅਲ ਦੀਆਂ ਕੁਛ ਵੀ ਮਕੈਨੀਕਲ ਪ੍ਰੋਪਰਟੀਜ਼ ਹੋਣ, ਕਿਸੇ ਤਰ੍ਹਾਂ ਦਾ ਵੀ ਕੋਈ ਸਟਰਕਚਰ ਹੋਵੇ ਇੰਟਰਨਲ, ਤਾਂ ਉਸ ਨੂੰ ਅਸੀਂ ਇਸ ਪ੍ਰੋਸੈਸ ਦੇ ਨਾਲ ਈਜ਼ੀਲੀ ਮਸ਼ੀਨ ਕਰ ਸਕਦੇ ਹਾਂ। ਦੇਰ ਇਜ਼ ਨੋ ਡਾਇਰੈਕਟ ਕੰਟੈਕਟ ਬਿਟਵੀਨ ਦਾ ਟੂਲ ਐਂਡ ਦਾ ਵਰਕ ਪੀਸ, ਕਿ ਇਹਦੇ ਵਿੱਚ ਸਾਡੇ ਕੋਲ ਪੂਰੇ ਪ੍ਰੋਸੈਸ ਦੇ ਵਿੱਚ ਸਾਨੂੰ ਦੇਖਿਆ ਵੀ ਅਸੀਂ ਉੱਪਰ ਕਿ ਕਿਸੇ ਤਰ੍ਹਾਂ ਦਾ ਡਾਇਰੈਕਟ ਕੰਟੈਕਟ ਨਹੀਂ ਹੈਗਾ ਟੂਲ ਅਤੇ ਵਰਕ ਪੀਸ ਦੇ ਵਿੱਚ। ਹੀਟ ਇਫੈਕਟਡ ਜ਼ੋਨ ਇਜ਼ ਸਮਾਲ ਬਿਕੋਜ਼ ਆਫ ਕਨਵਰਸਡ ਬੀਮ, ਕਿ ਜਿਹੜਾ ਹੀਟ ਇਫੈਕਟਡ ਜ਼ੋਨ ਹੈ ਉਹ ਕਾਫੀ ਛੋਟਾ ਹੈ। ਜਿਵੇਂ ਕਿ ਅਸੀਂ ਉੱਤੇ ਡਾਇਗਰਾਮ ਦੇ ਵਿੱਚ ਵੀ ਦੇਖਿਆ ਸੀ ਕਿ ਸਾਡੇ ਕੋਲ ਬੀਮ ਨੂੰ ਫੋਕਸ ਕਰਕੇ ਇੱਕ ਪਰਟੀਕੂਲਰ ਪਲੇਸ 'ਤੇ ਹੀ ਅਸੀਂ ਫੋਕਸ ਕਰਵਾਇਆ ਹੈ। ਸੋ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਪੁਆਇੰਟ ਸਾਡਾ ਸੈਟਿਸਫਾਈ ਹੁੰਦਾ ਕਿ ਹੀਟ ਇਫੈਕਟਡ ਜ਼ੋਨ ਜਿਹੜਾ ਹੈ ਕਾਫੀ ਛੋਟਾ ਹੈ। ਦੇਅਰ ਇਜ਼ ਨੋ ਟੂਲ ਵੀਅਰ, ਕਿ ਇਸ ਜਗ੍ਹਾ 'ਤੇ ਟੂਲ ਵੀਅਰ ਸਾਡੀ ਹੈ ਹੀ ਨਹੀਂ, ਕਿਉਂਕਿ ਟੂਲ ਅਸੀਂ ਡਾਇਰੈਕਟਲੀ ਕੋਈ ਯੂਜ਼ ਹੀ ਨਹੀਂ ਕਰ ਰਹੇ, ਸਿਰਫ ਲਾਈਟ ਬੀਮ ਦਾ ਯੂਜ਼ ਕਰਵਾ ਕੇ ਹੀ ਅਸੀਂ ਫੰਕਸ਼ਨ ਕਰਵਾ ਰਹੇ ਹਾਂ ਅੱਗੇ। ਸੌਫਟ ਮਟੀਰੀਅਲਸ ਲਾਈਕ ਰਬਰ ਐਂਡ ਪਲਾਸਟਿਕਸ ਕੈਨ ਬੀ ਮਸ਼ੀਨਸ, ਕਿ ਜਿਹੜੇ ਸਾਡੇ ਕੋਲ ਕੁਝ ਸੌਫਟ ਮਟੀਰੀਅਲਸ ਵੀ ਨੇ ਉਹਨਾਂ ਨੂੰ ਵੀ ਅਸੀਂ ਇਸ ਪ੍ਰੋਸੈਸ ਦੇ ਨਾਲ ਅਚੀਵ ਕਰ ਸਕਦੇ ਹਾਂ, ਉਸ ਦੇ ਨਾਲ ਅਸੀਂ ਮਸ਼ੀਨ ਕਰ ਸਕਦੇ ਹਾਂ। ਨਾਲ ਹੀ ਉਹ ਅਗਲੇ ਪੁਆਇੰਟ ਦੇ ਵਿੱਚ ਗੱਲ ਕਰ ਰਿਹਾ ਜੀ, ਐਕਸਟ੍ਰੀਮਲੀ ਸਮਾਲ ਹੋਲਸ ਕੈਨ ਬੀ ਮੇਡ, ਕਿ ਬਹੁਤ ਐਕਸਟ੍ਰੀਮਲੀ ਜਿਹੜੇ ਛੋਟੇ ਹੋਲਸ ਨੇ ਉਹਨਾਂ ਨੂੰ ਵੀ ਅਸੀਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਹਾਂ। ਨੈਕਸਟ ਉਹ ਕੁਝ ਗੱਲ ਕਰ ਰਿਹਾ ਜੀ ਇਹਦੇ ਡਿਸਐਡਵਾਂਟੇਜਸ ਦੇ ਬਾਰੇ। ਇਨੀਸ਼ੀਅਲ ਕਾਸਟ ਕਾਫੀ ਜ਼ਿਆਦਾ ਹਾਈ ਹੈ, ਹਾਈਲੀ ਸਕਿਲਡ ਆਪਰੇਟਰ ਚਾਹੀਦੇ ਨੇ ਇਹਨੂੰ ਆਪਰੇਟ ਕਰਨ ਦੇ ਲਈ। ਆਪਰੇਟਿੰਗ ਕਾਸਟ ਜਿਹੜੀ ਹੈ ਇਹਦੀ ਕਾਫੀ ਜ਼ਿਆਦਾ ਹਾਈ ਹੈ, ਪ੍ਰੋਡਕਸ਼ਨ ਰੇਟ ਕਾਫੀ ਜ਼ਿਆਦਾ ਲੋ ਹੈ, ਐਂਡ ਜਿਹੜਾ ਇਹ ਪ੍ਰੋਸੈਸ ਹੈ ਇਹ ਕਾਫੀ ਲਿਮਟਿਡ ਹੈ, ਸਿਰਫ ਥਿਨ ਸ਼ੀਟਸ ਵਾਸਤੇ ਹੀ ਇਹਨੂੰ ਯੂਜ਼ ਕਰ ਸਕਦੇ ਹਾਂ। ਲਾਈਫ ਆਫ ਦਾ ਫਲੈਸ਼ ਲੈਂਪ ਇਜ਼ ਸ਼ਾਰਟ, ਕਿ ਜਿਹੜੇ ਇਹਦੇ ਵਿੱਚ ਆਪਾਂ ਫਲੈਸ਼ ਲੈਂਪ ਯੂਜ਼ ਕਰਦੇ ਹਾਂ ਉਹਦੀ ਲਾਈਫ ਕਾਫੀ ਜ਼ਿਆਦਾ ਘੱਟ ਹੁੰਦੀ ਹੈ। ਨੈਕਸਟ ਉਹ ਗੱਲ ਕਰਦੇ ਹਾਂ ਕੈਨ ਨਾਟ ਬੀ ਯੂਜ਼ਡ ਇਫੈਕਟਿਵਲੀ ਟੂ ਮਸ਼ੀਨ ਹਾਈਲੀ ਹੀਟ ਕੰਡਕਟਿਵ ਐਂਡ ਰਿਫਲੈਕਟਿਵ ਮਟੀਰੀਅਲਸ, ਕਿ ਜਿਹੜੇ ਆਪਣੇ ਕੋਲ ਕਾਫੀ ਹੀਟ ਕੰਡਕਟਿਵ ਮਟੀਰੀਅਲਸ ਨੇ ਜਾਂ ਰਿਫਲੈਕਟਿਵ ਮਟੀਰੀਅਲਸ ਨੇ ਉਹਨਾਂ ਵਾਸਤੇ ਅਸੀਂ ਇਸ ਪ੍ਰੋਸੈਸ ਦਾ ਯੂਜ਼ ਨਹੀਂ ਕਰ ਸਕਦੇ। ਨੈਕਸਟ ਉਹ ਨੋਟ ਬਣਾ ਕੇ ਨਾਲ ਹੀ ਕੁਝ ਦੇ ਰਿਹਾ, ਕਹਿੰਦਾ ਜੀ ਦ ਮਟੀਰੀਅਲਸ ਲਾਈਕ ਅਲਮੀਨੀਅਮ, ਕਾਪਰ ਐਂਡ ਦੇਅਰ ਅਲੋਇਜ਼ ਕੈਨ ਨਾਟ ਬੀ ਕੱਟ ਬਾਈ ਲੇਜ਼ਰ ਬੀਮ ਮਸ਼ੀਨਿੰਗ, ਕਿ ਇਸ ਪ੍ਰੋਸੈਸ ਦੇ ਦੁਆਰਾ ਜਿਵੇਂ ਸਾਡੇ ਕੋਲ ਐਲਮੀਨੀਅਮ ਹੈ, ਕਾਪਰ ਹੈ ਜਾਂ ਉਹਨਾਂ ਦੇ ਅਲੋਇਜ਼ ਨੇ, ਉਹ ਇਸ ਤਰੀਕੇ ਦੇ ਨਾਲ ਅਸੀਂ ਮਸ਼ੀਨ ਨਹੀਂ ਕਰ ਸਕਦੇ। ਸੋ ਇਹਦੇ ਨਾਲ ਹੀ ਮੇਰੇ ਵੱਲੋਂ ਟੌਪਿਕ ਕੰਪਲੀਟ ਹੈ ਜੀ। ਹੋਪਫੁਲੀ ਕਾਫੀ ਹੈਲਪਫੁਲ ਰਿਹਾ ਹੋਊਗਾ ਤੁਹਾਡੇ ਲਈ ਇਹ ਟੌਪਿਕ। ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦਾ ਲੱਗਿਆ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।